ਗੁਰਬਖਸ਼ ਸਿੰਘ ਦੀ ਕਹਾਣੀ ਖੰਡਰਾਂ ਉੱਤੇ ਉਸਾਰੀ। ਚੜ੍ਹਦੇ ਚੰਨ ਦੀਆਂ ਸਿੱਧੀਆਂ ਕਿਰਨਾਂ ਨੇ ਇੱਕ ਪਿੱਪਲੀ ਦੇ ਕਾਲੇ ਤਣੇ ਨਾਲ ਲੱਗ ਕੇ ਬੈਠੀ ਕੋਈ ਸੂਰਤ ਰੰਗ ਦਿੱਤੀ। ਉੱਠ ਕੇ ਉਹ ਹਨੇਰੇ ਪਾਸੇ ਹੋ ਗਈ, ਪਰ ਚੰਨ ਪਲਾਂ ਵਿੱਚ ਹੀ ਉੱਚਾ ਹੋ ਗਿਆ ਤੇ ਸਾਰੇ ਮੈਦਾਨ ਉੱਤੇ ਚਿੱਟਾਸ ਵਿਛ ਗਈ। ਕਾਨਿਆਂ ਦੀਆਂ ਚਿੱਟੀਆਂ ਚੌਰੀਆਂ ਹਵਾ ਨਾਲ ਹਿੱਲਦੀਆਂ ਉਹਨੂੰ ਲੱਭੀਆਂ। ਉਹ ਘਬਰਾਈ। ਉਹ ਸੱਜੇ ਖੱਬੇ ਵੇਖਿਆ, ਪਰਾਂ ਦਰੱਖਤਾਂ ਦੇ ਝੁੰਡ ਹੇਠਾਂ ਹਨੇਰਾ ਸੀ। ਉਹ ਝੁੰਡ ਦੂਰ ਵੀ ਨਹੀਂ ਸੀ। ਉਹ ਤੁਰ ਪਈ। ਇਸਤਰੀ ਚੰਗੀ ਲੰਮੀ ਪਰ ਊਂ ਖਲੋ ਗਈ। ਕੋਲੋਂ ਦੀ ਕੋਈ ਚਿੱਟਾ ਜਨੌਰ ਲੰਘ ਗਿਆ, ਦੂਰ ਤੱਕ ਲੱਭਦਾ ਰਿਹਾ ਸੀ। ਉਹਦੇ ਕੱਪੜੇ ਵੀ ਚਿੱਟੇ ਸੀ। ਉਹ ਬਹਿ ਗਈ। ਬੈਠੀ ਬੈਠੀ ਕਦਮ ਪੁੱਟਦੀ ਉਹ ਹਨੇਰੇ 'ਚ ਪਹੁੰਚ ਗਈ। ਇਹ ਖੂਹ ਸੀ, ਨਵਾਂ ਉੱਜੜਿਆ। ਮਾਲ ਟਿੰਡਾਂ ਲੁੱਟੀਆਂ ਪੁੱਟੀਆਂ ਗਈਆਂ ਸਨ। ਇਸ ਖੂਹ ਤੇ ਖੂਹ ਵਾਲੇ ਸਾਰੇ ਪਾਸੇ ਦੀ ਪਹਿਲੀ ਨੁਹਾਰ ਉਹਨਾਂ ਦੀ ਹੁਣ ਦੀ ਨੁਹਾਰ ਨਾਲ ਇੰਨੀ ਕੁ ਮਿਲਦੀ ਸੀ ਜਿੰਨੀ ਵੱਜਦੇ ਬੈਂਡ ਨਾਲ ਮਾਰਚ ਕਰਦੇ ਸਿਪਾਹੀ ਦੀ ਨੁਹਾਰ ਵਹਿੰਗੀ ਉੱਤੇ ਪਏ ਆਉਂਦੇ ਫੱਟੜ ਨਾਲ ਮਿਲਦੀ ਹੈ। ਭਾਵੇਂ ਚੰਨ ਅੱਜ ਵੀ ਉਸੇ ਤਰ੍ਹਾਂ ਅੱਧੀ ਰਾਤ ਦੇ ਪਿੱਛੋਂ ਰਿਸ਼ਮਾਂ ਸੁੱਟਦਾ ਚੜ੍ਹਿਆ ਸੀ, ਜਿਸ ਤਰ੍ਹਾਂ 15 ਅਗਸਤ 1947 ਤੋਂ ਪਹਿਲਾਂ ਚੜ੍ਹਿਆ ਕਰਦਾ ਸੀ। ਇਹ ਥਾਂ ਇੱਕ ਤਕੜੇ ਕਸਬੇ ਤੋਂ 6-7 ਮੀਲ ਦੂਰ ਸਰਹੱਦ ਉੱਤੇ ਹਿੰਦੁਸਤਾਨ ਵਾਲੇ ਪਾਸੇ ਸੀ। ਚੰਨ ਹੋਰ ਉੱਚਾ ਹੋ ਗਿਆ। ਇੱਕ ਪਾਸਿਓਂ ਵਿਰਲੀਆਂ ਛਿੱਦੀਆਂ ਟਹਿਣੀਆਂ ਚੀਰ ਕੇ ਕਿਰਨਾਂ ਨੇ ਕਰੂ ਭਰ ਭੌਂ ਰੌਸ਼ਨ ਕਰ ਦਿੱਤੀ। ਇਸਤਰੀ ਤਰਬਕ ਉੱਠੀ। ਕੋਈ ਲੰਮਾ ਪਿਆ ਸੀ, ਚੰਗੀ ਪੋਸ਼ਾਕ, ਪੈਰੀਂ ਬੂਟ। ਇਹ ਕੋਈ ਸੌਣ ਵਾਲਾ ਨਹੀਂ ਹੋ ਸਕਦਾ। ਦੱਬੇ ਪੈਰੀਂ ਕੋਲ ਗਈ। ਵਡੇਰੀ ਉਮਰ, ਦਾੜ੍ਹੀ ਬਹੁਤ ਚਿੱਟੀ, ਮੂੰਹ ਬੜਾ ਲਿੱਸਾ, ਪ੍ਰਭਾਵ ਬੜਾ ਖਿੱਚ ਵਾਲਾ। ਇਹ ਆਪਣੇ ਪੈਰੀਂ ਤੁਰ ਕੇ ਇੱਥੇ ਨਹੀਂ ਆਇਆ। ਸਾਹ ਚੱਲਦਾ ਜਾਪਦਾ ਨਹੀਂ ਸੀ। ਇਸਤਰੀ ਨੇ ਨਬਜ਼ ਟੋਈ। ਮਾੜੀ ਜੀ ਟੁਣਕ ਹੈ ਸੀ ਤੇ ਉਸ ਅੱਖਾਂ ਖੋਲ੍ਹ ਲਈਆਂ। ਮਾਫ਼ ਕਰਨਾ। ਇਸਤਰੀ ਦੇ ਲਹਿਜੇ 'ਚ ਘਬਰਾਹਟ ਕੋਈ ਨਹੀਂ ਸੀ। ਤੂੰ ਕੌਣ ਹੈ ਬੀਬੀ? ਘਬਰਾਹਟ ਆਦਮੀ ਦੇ ਲਹਿਜੇ 'ਚ ਨਹੀਂ ਸੀ। ਤੁਹਾਡੇ ਵਰਗੀ ਕਿਸਮਤ ਦੀ ਕੋਈ ਮਾਰੀ ਆ, ਪਰ ਮੈਨੂੰ ਕਿਸਮਤ ਨਾਲ ਕੋਈ ਗਿਲਾ ਨਹੀਂ। ਦਿਨ ਚੜ੍ਹਦੇ ਤੱਕ ਰੰਜਿਸ਼ਾਂ ਖੁਸ਼ੀਆਂ 'ਚ ਭਟਕਦੀ ਇਸ ਲਹਿਰ ਦਾ ਨਿਸ਼ਾਨ ਜੀਵਨ ਸਾਗਰ ਤੋਂ ਸਾਫ਼ ਹੋ ਜਾਏਗਾ। ਪਰ ਤੁਸੀਂ ਬਿਲਕੁਲ ਠੀਕ ਜਾਪਦੇ ਹੋ। ਇਸਤਰੀ ਨੇ ਹੋਰ ਗੌਰ ਨਾਲ ਨਬਜ਼ ਟੋਹ ਕੇ ਆਖਿਆ। ਮੈਨੂੰ ਦੱਸੋ ਜੇ ਮੈਂ ਕੁਝ ਕਰ ਸਕਦੀ ਹਾਂ। ਲੋੜ ਕੋਈ ਜਾਪਦੀ ਨਹੀਂ। ਇੱਥੇ ਪੁੱਜਣ ਤੋਂ ਪਹਿਲਾਂ ਕਈ ਰਾਤਾਂ ਮੈਂ ਸੁੱਤਾ ਨਹੀਂ ਸਾਂ। ਇੱਥੇ ਮੇਰੀ ਅੱਖ ਲੱਗ ਗਈ। ਮੈਨੂੰ ਸੁਪਨਾ ਆ ਰਿਹਾ ਸੀ ਜਦੋਂ ਤੂੰ ਮੇਰੀ ਨਬਜ਼ ਵੇਖੀ। ਮੈਨੂੰ ਦੱਸ ਖਾਂ, ਤੂੰ ਕੌਣ ਹੈ ਬੀਬੀ? ਤੁਹਾਡੀ ਇੱਕ ਬੇੜੀ ਦੀ ਸਵਾਰ। ਪਰ ਪਹਿਲੋਂ ਮੈਨੂੰ ਆਪਣਾ ਸੁਪਨਾ ਨਹੀਂ ਦੱਸੋਗੇ? ਸ਼ਾਂਤ ਜੇ ਸਾਗਰ ਦੀ ਹਿੱਕ ਉੱਤੇ ਸੋਹਣੀ ਜਿਹੀ ਬੇੜੀ ਵਿੱਚ ਅਸੀਂ ਸਾਰੇ, ਮੇਰੀ ਪਤਨੀ, 2 ਜਵਾਨ ਧੀਆਂ, 2 ਜਵਾਨ ਪੁੱਤਰ ਬੈਠੇ ਸਾਂ। ਵੱਡੀ ਧੀ ਗਾਉ ਰਹੀ ਸੀ, ਦੂਰ ਕਿਨਾਰਾ ਇਸ ਜੀਵਨ ਦਾ। ਪੌਣ ਰੁਮਕਦੀ ਤੇ ਬੇੜੀ ਹੂਟੇ ਲੈਂਦੀ ਸੀ। ਪੌਣ ਤੇਜ਼ ਹੋ ਕੇ ਹਨੇਰੀ ਬਣ ਗਈ। ਹੂਟੇ ਖਤਰਨਾਕ ਹੋ ਗਏ। ਬੇੜੀ ਉਲਟ ਗਈ। ਸਵਾਰੀਆਂ ਰੁੜ ਗਈਆਂ। ਮੇਰਾ ਪੈਰ ਬੇੜੀ ਦੇ ਕਿਸੇ ਰੱਸੇ ਨਾਲ ਉਲਝ ਗਿਆ। ਛੱਲਾਂ ਨੇ ਬੇੜੀ ਕੰਢੇ ਜਾ ਪਟਕਾਈ ਤੇ ਮੇਰੀ ਠੰਡੀ ਬਾਂਹ ਉੱਤੇ 4 ਨਿੱਘੀਆਂ ਉਂਗਲਾਂ ਦੀ ਟੋਹ। ਉਦੋਂ ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਸੁਪਨਾ ਕਿ ਜ਼ਿੰਦਗੀ ਦੀ ਫਿਲਮ? ਦੱਸੋ ਇੱਥੇ ਤੁਸੀਂ ਪੁੱਜੇ ਕਿਸ ਤਰ੍ਹਾਂ? ਹਮ ਮੁਸੀਬਤ ਹੋਣਾ ਵੀ ਕਿੱਡੀ ਵੱਡੀ ਸਾਂਝ ਏ। ਵੰਝ ਚੱਪੂ ਰੱਸਿਆਂ ਤੋਂ ਹੀਣੀ ਮੇਰੀ ਬੇੜੀ ਸ਼ੌ ਸਾਗਰ 'ਚ ਅੱਜ ਡੁੱਬਦੀ ਜਾਂ ਕੱਲ੍ਹ, ਮੈਨੂੰ ਚਿੰਤਾ ਖੁਸ਼ੀ ਕੋਈ ਨਹੀਂ ਸੀ। ਪਰ ਇਸ ਵੇਲੇ ਵੱਡੀ ਸਾਂਝ ਦੀ ਗੱਲ ਕਰਨ ਵਾਲੇ ਮੂੰਹ ਦੇ ਨਕਸ਼ਾਂ ਨੂੰ ਵੇਖਣ ਤੇ ਜੀਅ ਕਰ ਆਇਆ। ਤੂੰ ਮੇਰੀ ਢੋਅ ਇਸ ਦਰਖਤ ਨਾਲ ਨਹੀਂ ਲਵਾ ਸਕਦੀ? ਕਿੱਡੀ ਜਾਨ ਸੀ ਉਸ ਇਸਤਰੀ ਦੇ ਨਰੋਏ ਅੰਗਾਂ 'ਚ। ਦਰਖਤਾਂ ਦੇ ਚਪਟੇ ਪਾਸਿਓਂ ਥਾਂ ਸਾਫ਼ ਕਰਕੇ ਫੁੱਲਾਂ ਵਾਂਗ ਚੁੱਕ ਕੇ ਉਹਨੇ ਆਦਮੀ ਦੀ ਢੋਅ ਲਵਾਤੀ ਤੇ ਆਪ ਚਾਨਣੇ ਪਾਸੇ ਮੂੰਹ ਕਰਕੇ ਬਹਿ ਗਈ। ਤੇਰੀ ਬੜੀ ਮਿਹਰਬਾਨੀ। ਆਦਮੀ ਨੇ ਚੰਨ ਹੇਠਾਂ ਚੰਨ ਜਿਹੜੇ ਮੂੰਹ ਵੱਲ ਨੀਝ ਭਰ ਕੇ ਆਖਿਆ। ਮੈਂ ਬੀਬੀ ਇੱਕ ਲਿਖਾਰੀ ਹਾਂ। ਮੇਰਾ ਨਾਂ ਅਨੋਖ ਰਾਏ। ਨਾਂ ਸੁਣਦਿਆਂ ਇਸਤਰੀ ਨੇ ਉਹਦੇ ਦੋਵੇਂ ਹੱਥ ਚੁੰਮ ਲਏ। ਆਹ ਮੇਰੇ ਪੂਜ ਲਿਖਾਰੀ, ਤੁਸੀਂ ਨਾ ਮੇਰੇ ਬੇਗਾਨੇ ਹੋ ਨਾ ਓਪਰੇ। ਤੁਹਾਡੀਆਂ ਸਾਰੀਆਂ ਕਿਤਾਬਾਂ ਮੈਂ ਪੜ੍ਹੀਆਂ ਤੇ ਤੁਹਾਡੀ ਦੁਨੀਆ ਦਾ ਸਵਾਦ ਲਿਆ ਹੈ। ਮੇਰੇ ਪਤੀ ਜੀ ਤੁਹਾਡੇ ਪੂਰੀ ਕਦਰ ਕਰਦੇ ਸਨ। ਉਹਨਾਂ ਦਾ ਨਾਂ ਜਗਦੀਸ਼ ਜੀ। ਉਹ ਬੜੇ ਸੁਚੱਜੇ ਕਾਰੀਗਰ ਸਨ। ਪਿਛਲੇ ਵਰ੍ਹੇ ਉਹ ਫੋਟੋ ਫੋਮੈਨ ਬਣਾਏ ਗਏ। ਬੜੇ ਦੋਸਤ ਆਦਮੀ ਸਨ। ਚੰਗੇ ਪਤੀ, ਚੰਗੇ ਪਿਓ। ਬੱਚਿਆਂ ਬਾਰੇ ਉਹਨਾਂ ਤੁਹਾਡੇ ਕੋਲੋਂ ਕੁਝ ਪੁੱਛਿਆ ਵੀ ਸੀ। ਤੇ ਉਹ ਤੁਹਾਡੇ ਬੱਚੇ? 2 ਸਨ। ਵੱਡਾ 8 ਦਾ ਪਿਓ ਨਾਲ ਬਾਜ਼ਾਰੋਂ ਪਏ ਆਉਂਦੇ ਸਨ। ਹਿੰਦੁਸਤਾਨੋਂ ਉਜੜਿਆਂ ਦਾ ਕਾਫਲਾ ਲੰਘ ਰਿਹਾ ਸੀ। ਲੋਕਾਂ ਬਥੇਰਾ ਲੁਕਾਇਆ ਬਚਾਇਆ, ਪਰ ਝੱਲੇ ਹੋਏ ਕਾਫਲੇ ਨੇ ਇੱਟਾਂ ਨਾਲ ਤਿੰਨੇ ਫੇਹ ਸੁੱਟੇ। ਇਸਮਾਈਲ ਰਾਤੀਂ ਨਾਲ ਲਿਜਾ ਕੇ ਲਾਸ਼ਾਂ ਦੇ ਮੂੰਹ ਮੈਨੂੰ ਚੁਮਾ ਲਿਆਇਆ ਸੀ। ਇਸਮਾਈਲ ਕੌਣ ਸੀ? ਲਿਖਾਰੀ ਨੇ ਦਰਦ ਨਾਲ ਇਸਤਰੀ ਦਾ ਹੱਥ ਫੜਨਾ ਚਾਹਿਆ। ਇਸਤਰੀ ਨੇ ਅਗਾਂਹ ਕਰ ਦਿੱਤਾ। ਇਸਮਾਈਲ ਨੂੰ ਜਗਦੀਸ਼ ਜੀ ਨੇ ਹੀ ਕੰਮ ਸਿਖਾਇਆ ਸੀ। ਉਹ ਮੈਨੂੰ ਆਪਣੇ ਘਰ ਲੈ ਆਇਆ। ਮੇਰੇ ਬਾਰੇ ਬਾਹਰ ਬੜੀ ਚਰਚਾ ਸੀ। ਮੁਸ਼ਟੰਡਿਆਂ ਨੇ ਇਸਮਾਈਲ ਦਾ ਬੂਹਾ ਪੁੱਟ ਮਾਰਿਆ।
ਉਹ ਤੇ ਉਹਦੀ ਅੰਮਾ ਮੈਨੂੰ ਲੁਕਾ ਲੁਕਾ ਰੱਖਦੇ ਸਨ। ਇੱਕ ਦਿਨ ਇਸਮਾਈਲ ਬੜਾ ਦੁਖੀ ਮੇਰੇ ਕੋਲ ਆ ਕੇ ਬਹਿ ਗਿਆ। ਉਹਦੇ ਮੂੰਹੋਂ ਗੱਲ ਨਹੀਂ ਸੀ ਨਿਕਲੀ। ਮੈਂ ਪੁੱਛਿਆ, ਕਿਉਂ ਇਸਮਾਈਲ, ਬੜਾ ਖਤਰਾ ਹੈ? ਉਹ ਬੋਲ ਨਾ ਸਕਿਆ ਤੇ ਮੈਂ ਉਹਦਾ ਹੱਥ ਫੜ ਕੇ ਆਖਿਆ, ਇਸਮਾਈਲ ਮੇਰੇ ਵੀਰ, ਤੂੰ ਖਤਰੇ 'ਚ ਨਾ ਪੈ। ਭਾਬੀ ਆਪਣੀ ਨੂੰ ਖਤਰੇ 'ਚ ਪੈਣ ਦੇ। ਉਹ ਕੰਧ ਨਾਲ ਤੇਰਾ ਛੁਰਾ ਲਟਕਦਾ ਪਿਆ, ਮੈਨੂੰ ਆਪਣੇ ਹੱਥੀਂ ਮਾਰ ਦੇ, ਮੇਰੀ ਲਾਸ਼ ਉਹਨਾਂ ਨੂੰ ਵਿਖਾ ਦੇ। ਪਰ ਮੈਂ ਤਾਂ ਆਪਣੀ ਕਹਾਣੀ ਛੋਹ ਦਿੱਤੀ, ਮਾਫ਼ ਕਰਨਾ, ਇਸਤਰੀ ਨੇ ਸ਼ਰਮਾ ਕੇ ਆਖਿਆ। ਇਸਮਾਈਲ ਦਾ ਜਵਾਬ ਮੈਨੂੰ ਸੁਣਾ ਦੇ। ਤੁਹਾਡੀ ਗੱਲ ਸੁਣਨ ਪਿੱਛੋਂ ਤੁਹਾਡੇ ਨਾਂ ਨੇ ਮੇਰੀ ਜ਼ਬਾਨ ਖੋਲ੍ਹ ਦਿੱਤੀ, ਮਾਫ਼ ਕਰ ਦਿਓ ਤੇ ਮੈਨੂੰ ਆਪਣੀ ਵਿਥਿਆ ਦੱਸੋ, ਇਸਤਰੀ ਨੇ ਜ਼ੋਰ ਦਿੱਤਾ। ਕਈ ਹਿੰਦੂ, ਸਿੱਖ, ਮੁਸਲਮਾਨ ਦੋਸਤਾਂ ਨੇ ਇਲਾਕੇ 'ਚ ਅਮਨ ਦੀ ਤਹਿਰੀਕ ਚਲਾਈ ਹੋਈ ਸੀ, ਲਿਖਾਰੀ ਨੇ ਸ਼ੁਰੂ ਕੀਤਾ, ਜਿਹਦੇ ਕਰਕੇ ਜਦੋਂ ਹਰ ਪਾਸਿਓਂ ਅੱਗਾਂ ਤੇ ਕਤਲ ਦੀਆਂ ਖਬਰਾਂ ਆਉਂਦੀਆਂ ਸਨ, ਸਾਡਾ ਇਲਾਕਾ ਸੁਖੀ ਵਸਦਾ ਸੀ। ਪਰ ਅਗਸਤ ਦੇ ਦੂਜੇ ਹਫ਼ਤੇ ਰੋਜ਼ਾਨਾ ਉਜੜੇ ਪੁਜੜੇ ਦੀਆਂ ਭੀੜਾਂ ਧੜਾ ਧੜ ਸ਼ਹਿਰ 'ਚ ਦਾਖਲ ਹੋਣ ਲੱਗ ਪਈਆਂ। ਬੜੀਆਂ ਭਿਆਨਕ ਕਹਾਣੀਆਂ ਸੁਣਾਉਂਦੇ ਸਨ। ਕਿਸੇ ਆਖਿਆ ਉਹਦੀ ਇੱਕ ਜਵਾਨ ਤੇ ਨਾਬਾਲਗ ਦੋਵਾਂ ਧੀਆਂ ਨੂੰ ਤਮਾਸ਼ਬੀਨਾਂ ਨੇ ਪਿੜ 'ਚ ਬੇਪੱਤ ਕਰਕੇ ਜਿਉਂਦਿਆਂ ਨੂੰ ਨਿੱਕ ਸੁੱਕ ਦਾ ਢੇਰ ਲਾ ਕੇ ਸਾੜ ਦਿੱਤਾ। ਇਸ ਕਹਾਣੀ ਨੇ ਕਹਿਰ ਵਰਤਾ ਦਿੱਤਾ। ਜੇਕਰ ਦੋਸਤੀ ਜਾਂ ਗੁਆਂਢ ਦਾ ਨਾਂ ਕਿਸੇ ਸੁਣਿਆ ਹੀ ਨਹੀਂ ਸੀ। ਇਸਤਰੀ ਨੰਗੇਜ਼ ਦਾ ਜਲੂਸ ਨਿਕਲਿਆ। ਗਲੀਆਂ ਮੌਤ ਰਸਤੇ ਬਣ ਗਈਆਂ। ਕੋਠਿਆਂ 'ਤੇ ਮੋਰਚੇ ਲੱਗ ਗਏ। ਸਾਰਾ ਦਿਨ ਠਾਹ ਠਾਹ ਹੁੰਦੀ। ਮੇਰੇ ਦੋਵੇਂ ਪੁੱਤਰ ਮਾਰੇ ਗਏ। ਧੀਆਂ ਨੂੰ ਮਾਂ ਸਾਂਭ ਸਾਂਭ ਰੱਖਦੀ। ਸਵੇਰ ਸਾਰ ਉਹ ਕੋਠੇ 'ਤੇ ਟੱਟੀ ਗਈਆਂ। ਕੋਈ ਉਸ ਵੇਲੇ ਤਾੜ 'ਚ ਸੀ। ਦੋਵੇਂ ਭੁੱਜ ਗਈਆਂ। ਚੀਕ ਸੁਣ ਕੇ ਮਾਂ ਬਾਹੋਂ ਦਾਈ ਦੌੜੀ। ਧੀਆਂ ਨਾਲ ਢੇਰ ਹੋ ਗਈ। ਕਈ ਦਿਨ ਮੈਂ ਘਰ 'ਚ ਬੰਦ ਰਿਹਾ, ਪਰ ਕੈਦ ਤੋਂ ਤੰਗ ਆ ਕੇ ਸਾਰੀ ਨਗਦੀ ਬੋਝੇ 'ਚ ਪਾ ਮੈਂ ਇੱਕ ਮੁਸਲਮਾਨ ਦੋਸਤ ਦੇ ਘਰ ਜਾਣ ਦਾ ਫੈਸਲਾ ਕਰ ਲਿਆ। ਉਹਦੇ ਬੂਹੇ ਤੱਕ ਹੀ ਪੁੱਜਿਆ ਸਾਂ ਕਿ ਇੱਕ ਗੋਲੀ ਸੱਜੇ ਪੱਟ ਵਿੱਚ ਤੇ ਦੂਜੀ ਹਿੱਕ 'ਚ ਆ ਵੱਜੀ। ਜਦੋਂ ਹੋਸ਼ ਆਈ ਤਾਂ ਮੇਰੇ ਜ਼ਖਮਾਂ 'ਤੇ ਪੱਟੀਆਂ ਵੱਜੀਆਂ ਤੇ ਮੇਰਾ ਦੋਸਤ ਮੇਰੇ ਕੋਲ ਬੈਠਾ ਸੀ। 2 ਹਫ਼ਤੇ ਬੀਤ ਗਏ, ਪਰ ਮੇਰਾ ਜੀਅ ਠੀਕ ਨਹੀਂ ਸੀ ਹੋ ਰਿਹਾ। ਛਾਤੀ ਵਾਲਾ ਜ਼ਖਮ ਪੀੜ ਕਰਦਾ ਸੀ ਤੇ ਉਧਰ ਸ਼ਹਿਰ 'ਚ ਤਾਂ ਸਭ ਹੋਰ ਭਖ ਰਹੇ ਸਨ। ਸੇਕ ਮੇਰੇ ਕਮਰੇ ਤੀਕ ਵੀ ਪੁੱਜ ਗਿਆ। ਡਾਕਟਰ ਵੀ ਹੱਸ ਕੇ ਨਹੀਂ ਸੀ ਬੋਲਦਾ। ਨੌਕਰਾਂ ਦੇ ਮੂੰਹਾਂ ਉੱਤੇ ਵੀ ਤਿਉੜੀਆਂ ਸਨ। ਤੇ ਇੱਕ ਦਿਨ ਮੇਰੇ ਦੋਸਤ ਨੇ ਮੈਨੂੰ ਆਖਿਆ, ਅੱਜ ਰਾਤ ਨੂੰ ਚੰਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਮੈਂ ਤੁਹਾਨੂੰ ਕਾਰ 'ਚ ਪਾ ਕੇ ਹਿੰਦੁਸਤਾਨ ਵਾਲੇ ਪਾਸੇ ਲਿਟਾ ਕੇ ਅੱਲਾ ਨੂੰ ਸੌਂਪ ਦਿਆਂਗਾ। 20-25 ਮੀਲ ਦੀ ਹੱਦ ਏ। ਹਿੰਦੁਸਤਾਨ ਨੂੰ ਆਏ ਲੋਕ ਬਰਬਾਦੀ ਦੀਆਂ ਕਹਾਣੀਆਂ ਕਰਦੇ ਨੇ ਤਾਂ ਲੋਕ ਅੱਗ ਬਗੋਲਾ ਹੋ ਜਾਂਦੇ ਨੇ। ਮੇਰੇ ਘਰ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਮੈਂ ਜਿਉਂਦਾ ਵੀ ਮੋਇਆਂ ਬਰਾਬਰ ਹੋ ਜਾਵਾਂਗਾ। ਤੇ ਮੈਂ ਆਪਣੇ ਦੋਸਤ ਦਾ ਹੱਥ ਦੁੱਖ ਦੀ ਛਾਤੀ 'ਤੇ ਰੱਖ ਕੇ ਆਇਆ। ਹਨੀਫ ਪਿਆਰੇ, ਮੇਰੀ ਬਾਜ਼ੀ ਹੁਣ ਖੇਡੀ ਗਈ। ਬਸਾਤ ਬੇਸ਼ੱਕ ਹੁਣ ਲਪੇਟੀ ਜਾਏ, ਮੈਂ ਤਿਆਰ ਹਾਂ, ਪਰ ਤੁਹਾਡੀ ਖਾਤਰ ਮੈਂ ਤੁਹਾਡੇ ਘਰ ਮਰਨਾ ਨਹੀਂ ਚਾਹੁੰਦਾ। ਤੁਸੀਂ ਜਿੱਥੇ ਚਾਹੋ ਮੈਨੂੰ ਛੱਡ ਆਓ ਤੇ ਮੈਨੂੰ ਭੁੱਲ ਜਾਓ। ਹਨੀਫ ਦੀਆਂ ਅੱਖਾਂ ਮੇਰੀਆਂ ਤਲੀਆਂ ਤੇ ਤਲੀਆਂ ਵਿੱਚੋਂ ਉਹਦੇ ਹੰਝੂ ਰੇੜ ਬਣ ਕੇ ਵਗ ਤੁਰੇ ਸਨ। ਅਜੇ ਘੰਟਾ ਨਹੀਂ ਸੀ ਹੋਇਆ ਹੋਣਾ। ਹਨੀਫ ਇੱਥੇ ਮੇਰੇ ਕੋਲ ਸੀ ਤੇ ਕੁਝ ਰੁਪਈਏ ਮੈਨੂੰ ਦੇ ਰਿਹਾ ਸੀ, ਪਰ ਮੈਂ ਬੋਝੇ 'ਚੋਂ ਬਟੂਆ ਟੋਹ ਕੇ ਉਹਨੂੰ ਯਕੀਨ ਦਿਵਾਇਆ ਸੀ ਕਿ ਲੋੜ ਜੋਗੀ ਨਗਦੀ ਮੇਰੇ ਕੋਲ ਹੈ ਸੀ। ਉਹਦੇ ਜਾਣ ਬਾਅਦ ਮੈਨੂੰ ਬੜਾ ਆਰਾਮ ਮਹਿਸੂਸ ਹੋਇਆ। ਹਨੀਫ ਲਈ ਮੈਂ ਖਤਰਾ ਸਾਂ। ਉਹਦੇ ਖਤਰੇ ਦਾ ਅਹਿਸਾਸ ਮੈਨੂੰ ਰਾਜ਼ੀ ਨਹੀਂ ਸੀ ਹੋਣ ਦਿੰਦਾ। ਇੱਥੇ ਆਪਣੇ ਵਰਗੇ ਉਜੜੇ ਖੂਹ ਉੱਤੇ ਪਿਆ, ਬੱਚੇ, ਪਤਨੀ, ਕੰਮ, ਸ਼ੋਹਰਤ, ਸਿਹਤ, ਵਤਨ ਸਭ ਸਾਫ਼। ਮੇਰੇ ਮਨ ਤੋਂ ਅੱਧੀ ਸਦੀ ਦੇ ਹਾਦਸਿਆਂ ਦਾ ਭਾਰ ਇੱਕਦਮ ਲਹਿ ਗਿਆ ਤੇ ਇਸ ਡੂੰਘੇ ਅਮਨ 'ਚ ਮੈਂ ਸੌਂ ਗਿਆ। ਸੁਪਨਿਆਂ ਦੀ ਧਰਤੀ ਵਿੱਚੋਂ ਜਿਉਣ ਜੋਗੀਆਂ ਉਂਗਲਾਂ ਮੈਨੂੰ ਫੇਰ ਕੱਢ ਲਿਆਈਆਂ ਤੇ ਇਹ ਜਾਣ ਕੇ ਮੈਂ ਖੁਸ਼ ਹਾਂ ਕਿ ਹਨੇਰੇ ਦੀਆਂ ਤਹਿਆਂ ਜਿਸ ਤਰ੍ਹਾਂ ਇੱਕ ਕਿਰਨ ਨਾਲ ਲਿਸ਼ਕ ਪੈਂਦੀਆਂ ਹਨ, ਉਸੇ ਤਰ੍ਹਾਂ ਮੁਕੰਮਲ ਬਰਬਾਦੀ ਵੀ ਇਨਸਾਨੀ ਉਂਗਲਾਂ ਦੀ ਇੱਕੋ ਛੋਹ ਨਾਲ ਧੜਕ ਪੈਂਦੀ ਹੈ। ਇਹਨਾਂ ਉਂਗਲਾਂ ਦੀ ਰਾਣੀ ਹੁਣ ਮੈਨੂੰ ਆਪਣਾ ਨਾਮ ਦੱਸੇ ਤੇ ਫਿਰ ਇਸਮਾਈਲ ਦਾ ਜਵਾਬ ਸੁਣਾਏ। ਜਿਹੜੀ ਹੋਣੀ ਘੜੀ ਹੋਈ ਅਸਹਿ ਜਾਪਦੀ ਸੀ, ਕਿੱਡੀ ਹੌਲੀ ਹੋ ਗਈ। ਮੇਰਾ ਨਾਂ ਸੁਲੱਖਣੀ ਹੈ, ਪਰ ਜਗਦੀਸ਼ ਜੀ ਮੈਨੂੰ ਲੱਖਣੀ ਆਖਦੇ ਸਨ। ਇਸਤਰੀ ਨੇ ਸ਼ੁਰੂ ਕੀਤਾ, ਜੇ ਮੈਂ ਵੀ ਤੁਹਾਨੂੰ ਲੱਖਣੀ ਆਖਾਂ ਮੈਨੂੰ ਖੁਸ਼ੀ ਹੋਏਗੀ। ਤੁਸੀਂ ਇਸਮਾਈਲ ਦਾ ਜਵਾਬ ਸੁਣਨਾ ਚਾਹੁੰਦੇ ਹੋ? ਮੇਰੀ ਗੱਲ ਸੁਣ ਕੇ ਉਹਦੀਆਂ ਭੁੱਬਾਂ ਨਿਕਲ ਆਈਆਂ। ਉਹਨੇ ਕਮੀਜ਼ ਦਾ ਪੱਲਾ ਆਪਣੇ ਮੂੰਹ 'ਚ ਪਾ ਲਿਆ ਤੇ ਜ਼ੋਰ-ਜ਼ੋਰ ਦੀ ਟੁਸਕਣ ਲੱਗ ਪਿਆ। ਪੋਲੀ ਜੀ ਬਾਂਹ ਉਹਦੇ ਲੱਕ ਦੁਆਲੇ ਪਾ ਕੇ ਮਿੰਨਤ ਕੀਤੀ, ਹੌਸਲਾ ਕਰ ਇਸਮਾਈਲਾ ਤੇ ਮੁਕਾ ਦੇ ਕਜੀਆ ਆਪਣੀ ਭਾਬੀ ਦਾ, ਜਿਹੜਾ ਹੁਣ ਹੋਰ ਜਿਉਂ ਕੇ ਰਾਜ਼ੀ ਨਹੀਂ। ਇਸਮਾਈਲ ਦੀ ਛਾਤੀ ਧੌਂਕੜੀ ਵਾਂਗ ਵੱਜ ਰਹੀ ਸੀ। ਮੈਥੋਂ ਸਹਾਰਿਆ ਨਾ ਗਿਆ ਤੇ ਮੈਂ ਆਖਿਆ, ਜੇ ਤੂੰ ਆਖੇ ਮੈਂ ਮੰਨਾਂਗੀ, ਪਰ ਤੂੰ ਇਉਂ ਨਾ ਰੋ, ਤੁਹਾਨੂੰ ਮੇਰੇ 'ਤੇ ਇਤਬਾਰ ਏ। ਹਾਂ ਇਸਮਾਈਲ, ਪੂਰਾ। ਫਿਰ ਭਾਬੀ ਜੀ ਤੁਸੀਂ ਬਹੁਤਾ ਕੁਝ ਮੈਥੋਂ ਨਾ ਪੁੱਛੋ, ਮੈਂ ਬੋਲ ਨਹੀਂ ਸਕਦਾ। ਤੁਸੀਂ ਮੇਰੇ ਨਾਲ ਨਿਕਾਹ ਕਰਾਉਣਾ ਮਨਜ਼ੂਰ ਕਰ ਲਓ। ਮੈਂ ਉਹਦਾ ਮਤਲਬ ਨਾ ਸਮਝ ਸਕੀ, ਪਰ ਉਹਦੀ ਨੀਅਤ ਉੱਤੇ ਮੈਨੂੰ ਜ਼ਰਾ ਸ਼ੱਕ ਨਾ ਆਇਆ।
ਉਸ ਆਖਿਆ ਸੀ ਮੈਂ ਬਹੁਤਾ ਪੁੱਛਾਂ ਨਾ। ਮੈਂ ਕਹਿਤਾ ਮੈਂ ਮਨਜ਼ੂਰ ਕਰਨੀ ਆ। ਇਸਮਾਈਲ ਮੇਰੇ ਪੈਰਾਂ 'ਤੇ ਪੈ ਗਿਆ। ਉਠਾ ਕੇ ਮੈਂ ਆਪਣੀ ਨਾਲ ਮੰਜੀ 'ਤੇ ਬਿਠਾ ਲਿਆ। ਹੁਣ ਤੱਕ ਤੁਸੀਂ ਮੇਰੀ ਭਰਜਾਈ ਸੋ, ਅੱਗੋਂ ਤੁਸੀਂ ਮੇਰੀ ਮਾਂ ਹੋਵੋਗੇ। ਅੰਮਾਂ ਕੋਲ ਚੱਲੋ ਤੇ ਜੇਕਰ ਉਹ ਸਮਝਾਏ ਕਰ ਲਓ। ਸਾਡਾ ਨਿਕਾਹ ਪੜ੍ਹਾਇਆ ਗਿਆ। ਅੰਮਾਂ ਨੇ ਮੈਨੂੰ ਚੰਗੇ ਕੱਪੜੇ ਪਵਾ ਦਿੱਤੇ। ਸੋਨੇ ਦੀਆਂ 10 ਚੂੜੀਆਂ ਜਿਹੜੀਆਂ ਮੇਰੇ ਹੱਥੋਂ ਲੁਹਾ ਕੇ ਇਸਮਾਈਲ ਨੇ ਸਾਂਭੀਆਂ ਸਨ, ਮੈਨੂੰ ਫੇਰ ਪਵਾ ਦਿੱਤੀਆਂ। ਅੰਮਾਂ ਨੇ ਗਲ ਨਾਲ ਲਾ ਕੇ ਮੈਨੂੰ ਆਖਿਆ, ਧੀਏ ਭੋਰਾ ਖੌਫ ਨਾ ਖਾਈ, ਹਸੂੰ ਕਰਦੀ ਰਹੋ। ਇਸਮਾਈਲੇ ਨੇ ਕਦੇ ਕਿਸੇ ਨੂੰ ਧੋਖਾ ਨਹੀਂ ਦਿੱਤਾ। ਆਏ ਗਏ ਦੇ ਰੂਬਰੂ ਇਸਮਾਈਲ ਮੇਰੇ ਨਾਲ ਬੜੀਆਂ ਅਟਖੇਲੀਆਂ ਕਰਦਾ। ਮੈਂ ਹੈਰਾਨ ਹੁੰਦੀ, ਇੰਨੇ ਸ਼ਰਮੀਲੇ ਆਦਮੀ ਨੂੰ ਵੀ ਇੰਨਾ ਕੁਝ ਆਉਂਦਾ ਸੀ। ਪਰ ਜਿੱਦਣ ਉਹਨੂੰ ਇਹ ਕੁਝ ਕਰਨਾ ਪੈਂਦਾ, ਉਸ ਰਾਤ ਉਹ ਮੇਰੇ ਪੈਰ ਫੜ ਕੇ ਯਕੀਨ ਦਿਵਾਉਣਾ ਚਾਹੁੰਦਾ। ਮੇਰਾ ਧਰਮ ਅਮਾਨ ਭਾਬੀ ਜੀ ਤੁਸੀਂ ਹੋ। ਗੁੰਡਿਆਂ ਨੂੰ ਤਾਂ ਨਿਕਾਹ ਪੜ੍ਹਾ ਕੇ ਮੈਂ ਚੁੱਪ ਕਰਾ ਲਿਆ, ਪਰ ਮੇਰੇ ਅੰਦਰ ਸ਼ੋਰ ਵੱਧਦਾ ਜਾ ਰਿਹਾ। ਉਦਣ ਸੁਰਖਰੂ ਸਮਝਾਂਗਾ ਜਿੱਦਣ ਤੁਹਾਨੂੰ ਤੁਹਾਡੀਆਂ ਮੁਸੀਬਤਾਂ ਦੇ ਕਬਰਿਸਤਾਨ 'ਚੋਂ ਕੱਢ ਕੇ ਹਿੰਦੁਸਤਾਨ ਪਹੁੰਚਾ ਦਿਆਂਗਾ। ਇਸਮਾਈਲ ਦੀ ਨਾ ਸਿਰਫ ਮੇਰੇ ਮਨ 'ਚ ਇੱਜ਼ਤ ਹੀ ਵੱਧ ਰਹੀ ਸੀ, ਸਗੋਂ ਉਹ ਨਰੋਇਆ, ਸ਼ਰਮੀਲਾ, ਸੁੱਚਾ ਤੇ ਸੋਹਣਾ ਜਵਾਨ ਮੈਨੂੰ ਪਿਆਰਾ ਵੀ ਲੱਗ ਰਿਹਾ ਸੀ। ਜੇ ਪਾਕਿਸਤਾਨ ਸੱਚਮੁੱਚ ਮੇਰੀਆਂ ਮੁਹੱਬਤਾਂ ਦਾ ਕਬਰਿਸਤਾਨ ਨਾ ਬਣ ਗਿਆ ਹੁੰਦਾ ਤਾਂ ਬਾਕੀ ਉਮਰ ਮੈਂ ਉਹਦੇ ਨਾਲ ਬਿਤਾਉਣ ਨੂੰ ਤਿਆਰ ਹੋ ਸਕਦੀ ਸੀ। ਪਰ ਮੈਂ ਇੰਨਾ ਹੀ ਕਰ ਸਕਦੀ ਸੀ ਕਿ ਉਹਦੇ ਮੁਲਕ ਵਿੱਚੋਂ ਨਿਕਲ ਜਾਣ ਦੀ ਕਾਹਲ ਨਾ ਦੱਸਾਂ। ਪਰ ਇਹੋ ਕਾਹਲ ਇਸਮਾਈਲ ਦੀ ਵੱਡੀ ਚਿੰਤਾ ਸੀ ਤੇ ਪਹਿਲੀ ਵਾਰੀ ਤਸੱਲੀ ਦੀ ਝਲਕ ਉਹਦੇ ਮੂੰਹ 'ਤੇ ਮੈਂ ਉਦੋਂ ਵੇਖੀ ਜਦੋਂ ਉਸ ਮੈਨੂੰ ਤਿਆਰ ਹੋ ਜਾਣ ਲਈ ਆਖਿਆ, ਭਾਬੀ ਜੀ ਇਹ ਚੂੜੀਆਂ ਸੁੱਥਣ ਦੇ ਦੋਹੀਂ ਪਾਸੇ ਬੋਝੇ ਲਾ ਕੇ ਸਿਉਂ ਲਓ। ਚੰਨ ਚੜ੍ਹਨ ਤੋਂ ਪਹਿਲਾਂ ਮੈਂ ਤੁਹਾਨੂੰ ਹੱਦ 'ਤੇ ਪਹੁੰਚਾ ਕੇ ਆਵਾਂਗਾ। ਅਗਲੀ ਗੱਲ ਹੁਣ ਨਹੀਂ ਰਹੀ। ਲੋਕ ਭੂਤਰਿਆਂ ਵਾਂਗ ਰਾਤੀ ਬਾਹਰ ਨਹੀਂ ਫਿਰਦੇ। ਰਾਤੀ ਤੁਸੀਂ ਜਦ ਸੌਂ ਗਏ ਮੈਂ ਤੋੜ ਹੱਦ ਤੀਕ ਭੌਂ ਆਇਆ। ਕੋਈ ਜੀ ਜਤਾਰੂ ਮੇਰੇ ਮੱਥੇ ਨਹੀਂ ਲੱਗਾ। ਇਸ ਖੂਹ ਤੋਂ ਥੋੜ੍ਹੀ ਦੂਰ ਮੈਨੂੰ ਛੱਡ ਗਿਆ। ਕਹਿੰਦਾ ਸੀ ਘਰੋਂ 6 ਮੀਲ 'ਤੇ ਆ, ਪਰ ਉਹਦੇ ਨਾਲ ਪੈਂਡਾ ਮੈਨੂੰ ਜਾਪਿਆ ਹੀ ਨਹੀਂ। ਜਾਣ ਲੱਗਿਆ ਉਸ ਮੇਰੇ ਪੈਰ ਫੜੇ, ਮੈਂ ਉਹਦੇ ਗਲ ਬਾਹਾਂ ਪਾਈਆਂ। ਕਿੰਨਾ ਹੀ ਚਿਰ ਹਨੇਰੇ 'ਚ ਖਲੋਤੀ ਮੈਂ ਉਹਦੇ ਮਜ਼ਬੂਤ ਪੈਰਾਂ ਦਾ ਮੱਠਾ ਹੁੰਦਾ ਜਾਂਦਾ ਖੜਾਕ ਸੁਣਦੀ ਰਹੀ। ਧੰਨਵਾਦ। ਚੱਲਦਾ।